ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ ਭਾਗ ਦੂਜਾ। ਹਰੇਕ ਵਿਛੋੜੇ ਦਾ ਸੰਕਲਪ ਆਤਮਾ ਦੇ ਪਰਮਾਤਮਾ ਤੋਂ ਵਿਛੜਨ ਦੇ ਸੰਕਲਪ ਨਾਲ ਜੁੜਿਆ ਹੋਇਆ ਹੈ। ਇਸਲਾਮ ਕਹਿੰਦਾ ਹੈ ਕਿ ਪਰਦਾ ਇਸਤਰੀਆਂ ਨੂੰ ਬੁਰੀਆਂ ਨਜ਼ਰਾਂ ਤੋਂ ਅਤੇ ਪੁਰਸ਼ਾਂ ਨੂੰ ਭੈੜੇ ਖਿਆਲਾਂ ਤੋਂ ਬਚਾਉਂਦਾ ਹੈ। ਸ਼ਾਇਦ ਇਸੇ ਕਰਕੇ ਇਸਲਾਮ ਪੁਰਸ਼ ਨੂੰ 4 ਵਿਆਹ ਕਰਨ ਦੀ ਖੁੱਲ੍ਹ ਦਿੰਦਾ ਹੈ ਤਾਂ ਕਿ ਉਸ ਦੀਆਂ ਨਜ਼ਰਾਂ ਚੰਗੀਆਂ ਹੋ ਜਾਣ ਅਤੇ ਖਿਆਲ ਸ਼ੁਭ ਹੋ ਜਾਣ। ਪਹਿਲਾਂ ਝਗੜੇ ਗੱਲਬਾਤ ਨਾਲ ਹੱਲ ਕਰਨ ਦਾ ਯਤਨ ਕੀਤਾ ਜਾਂਦਾ ਸੀ। ਜਦੋਂ ਸਾਰੇ ਹੀਲੇ ਵਸੀਲੇ ਵਰਤਣ ਦੇ ਬਾਵਜੂਦ ਸਮੱਸਿਆ ਹੱਲ ਨਹੀਂ ਸੀ ਹੁੰਦੀ ਤਾਂ ਅਖੀਰ ਵਿੱਚ ਤਲਵਾਰ ਚੁੱਕੀ ਜਾਂਦੀ ਸੀ। ਹੁਣ ਬੰਦੂਕ ਤਲਵਾਰ ਮੁੱਢ ਵਿੱਚ ਹੀ ਚੁੱਕ ਲਈ ਜਾਂਦੀ ਹੈ। ਹੁਣ ਤਲਵਾਰ ਹੀ ਝਗੜੇ ਉਪਜਾਉਂਦੀ ਹੈ। ਮਨੁੱਖ ਪਰਮੇਸ਼ਵਰ ਤੋਂ ਵਿਛੜਿਆ ਹੋਇਆ ਹੈ। ਇਸ ਵਿਛੋੜੇ ਤੋਂ ਪ੍ਰੇਰਨਾ ਲੈ ਕੇ ਹੁਣ ਪਤਨੀਆਂ ਵੀ ਆਪਣੇ ਪਤੀ ਪਰਮੇਸ਼ਵਰ ਤੋਂ ਵਿਛੜਨ ਲੱਗ ਪਈਆਂ ਹਨ। ਹੁਣ ਸਿਹਤਮੰਦ ਹੋਣਾ ਪ੍ਰਸੰਨ ਹੋਣ ਦਾ ਸਭ ਤੋਂ ਵੱਡਾ ਆਧਾਰ ਬਣ ਗਿਆ ਹੈ। ਕੋਈ ਸਮਾਂ ਆਵੇਗਾ ਜਦੋਂ ਧਾਰਮਿਕ ਸਥਾਨਾਂ ਵਿੱਚ ਜਿੰਮ ਖੁੱਲ੍ਹਣਗੇ। ਪਛਤਾਵਾ ਸਾਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ। ਦੋਸ਼ ਭਾਵਨਾ ਨਿਤਾਣਾ ਕਰਦੀ ਹੈ। ਸਾਵਧਾਨੀ ਸਾਡੀ ਕਾਰਗੁਜ਼ਾਰੀ ਵਧਾਉਂਦੀ ਹੈ। ਅਜਨਬੀਆਂ ਤੋਂ ਮਿਲਿਆ ਪਿਆਰ ਵੀ ਹੁੰਦਾ ਹੈ ਅਤੇ ਸਤਿਕਾਰ ਵੀ। ਨੱਚਣ ਅਤੇ ਗਾਉਣ ਦਾ ਜਾਦੂ ਅਭਿਆਸ ਅਤੇ ਰਿਆਜ਼ ਕਾਰਨ ਹੁੰਦਾ ਹੈ। ਕੁਦਰਤ ਮਨੁੱਖ ਨਾਲੋਂ ਅਰਬਾਂ ਸਾਲ ਪੁਰਾਣੀ ਹੈ ਪਰ ਅਜੇ ਵੀ ਅਧੂਰੀ ਹੈ। ਮਨੁੱਖ ਤਾਂ ਉਪਜਿਆ ਹੀ ਕੱਲ੍ਹ ਪਰਸੋਂ ਹੈ। ਇਹ ਸੰਪੂਰਨ ਕਿਵੇਂ ਹੋ ਸਕਦਾ ਹੈ? ਜੇਕਰ ਤੁਸੀਂ ਕੁਝ ਕਰ ਨਹੀਂ ਰਹੇ ਤਾਂ ਪਤਾ ਲੱਗੇ ਨਾ ਲੱਗੇ ਤੁਸੀਂ ਨਿਗਰ ਰਹੇ ਹੋ। ਫੈਸ਼ਨ ਆਪਣੇ ਆਪ ਨੂੰ ਪਿਆਰ ਅਤੇ ਪਸੰਦ ਕਰਨ ਦਾ ਵਸੀਲਾ ਹੁੰਦਾ ਹੈ। ਜੇ ਇਰਾਦਾ ਦ੍ਰਿੜ ਨਹੀਂ ਤਾਂ ਜਦੋਂ ਵੀ ਕੁਝ ਨਵਾਂ ਕਰਨ ਦਾ ਯਤਨ ਕਰੋਗੇ ਫਿਰ ਪੁਰਾਣਾ ਕਰਨ ਲੱਗ ਪਓਗੇ। ਪ੍ਰਸੰਨ ਵਿਅਕਤੀ ਹੀ ਪ੍ਰਸੰਨ ਹੋ ਕੇ ਦੱਸਦਾ ਹੈ ਕਿ ਮੈਂ ਸੇਵਾ ਮੁਕਤ ਹੋ ਗਿਆ ਹਾਂ। ਸ਼ਰਾਬ ਪੀਣ ਵਾਲੇ ਉਹਨਾਂ ਦੀਆਂ ਉਦਾਹਰਨਾਂ ਦੇਣਗੇ ਜਿਹੜੇ ਰੋਜ਼ ਪੀਂਦੇ ਸੀ ਅਤੇ 100 ਸਾਲ ਤੋਂ ਵਧੇਰੇ ਜੀਵੇ ਸੀ। ਅਕੇਵੇਂ ਦਾ ਇੱਕ ਕਾਰਨ ਹਰ ਰੋਜ਼ ਇੱਕ ਹੀ ਕੰਮ ਨੂੰ ਇੱਕ ਹੀ ਢੰਗ ਨਾਲ ਕਰਨਾ ਹੁੰਦਾ ਹੈ। ਜੇ ਸਕੂਲ ਵਿੱਚ ਅਧਿਆਪਕ ਦਾ ਵਿਸ਼ਾ ਅਤੇ ਕਲਾਸ ਬਦਲਦੀ ਰਹੇ ਉਹ ਅਧਿਆਪਕ ਸੱਜਰਾ ਅਤੇ ਪ੍ਰਭਾਵਸ਼ਾਲੀ ਬਣਿਆ ਰਹਿੰਦਾ ਹੈ। ਇੰਟਰਨੈਟ ਨੇ ਸੂਚਨਾ ਦਾ ਲੋਕਤੰਤਰੀਕਰਨ ਕਰ ਦਿੱਤਾ ਹੈ। ਟੈਲੀਵਿਜ਼ਨ 'ਤੇ ਸੂਚਨਾ ਦਿੱਤੀ ਹੀ ਇਵੇਂ ਜਾ ਰਹੀ ਹੁੰਦੀ ਹੈ ਜਿਸ ਨਾਲ ਤੁਸੀਂ ਸਹਿਮਤ ਹੀ ਹੋ ਸਕਦੇ ਹੋ। ਪੁਰਸ਼ਾਂ ਨਾਲੋਂ ਇਸਤਰੀਆਂ ਅਕੇਵੇਂ ਦਾ ਵਧੇਰੇ ਅਤੇ ਜਲਦੀ ਸ਼ਿਕਾਰ ਹੁੰਦੀਆਂ ਹਨ ਕਿਉਂਕਿ ਪੁਰਸ਼ਾਂ ਦਾ ਸੰਸਾਰ ਵਧੇਰੇ ਵਿਸ਼ਾਲ ਅਤੇ ਸੁਤੰਤਰ ਹੁੰਦਾ ਹੈ। ਇਸਤਰੀਆਂ ਦਾ ਸੀਮਤ ਅਤੇ ਉਡੀਕ ਵਾਲਾ ਹੁੰਦਾ ਹੈ। ਬਗਾਵਤ ਕੋਈ ਹੋਵੇ ਇਹ ਸਭ ਪ੍ਰਕਾਰ ਦੀਆਂ ਰੁਕਾਵਟਾਂ ਨੂੰ ਉਲੰਘਦੀ ਹੈ। ਅੜਦੀ ਲੜਦੀ ਹੈ। ਦਬਾਉਣ 'ਤੇ ਹੋਰ ਉੱਭਰਦੀ ਹੈ। ਸਿੱਖਾਂ ਪਠਾਨਾਂ ਰਾਜਪੂਤਾਂ ਦਾ ਸਮੁੱਚਾ ਇਤਿਹਾਸ ਬਗਾਵਤਾਂ ਦਾ ਇਤਿਹਾਸ ਹੈ। ਕੰਮ ਕੋਈ ਹੋਵੇ ਉਸਨੂੰ ਕਰਨ ਵਾਲੇ ਢੰਗ ਨਾਲੋਂ ਚੰਗੇਰਾ ਢੰਗ ਲੱਭਿਆ ਜਾ ਸਕਦਾ ਹੈ। ਚੰਗੇਰਾ ਢੰਗ ਲੱਭਣ ਵਾਲੇ ਵਿਅਕਤੀ ਅਦਾਰੇ ਅਤੇ ਦੇਸ਼ ਵਿਕਾਸ ਕਰਦੇ ਹਨ। ਵੱਡੀਆਂ ਕੰਪਨੀਆਂ ਇਸੇ ਢੰਗ ਨਾਲ ਵੱਡੀਆਂ ਹੁੰਦੀਆਂ ਹਨ। ਕਾਮਿਆਂ ਦੀ ਸਫਲ ਹੜਤਾਲ ਉਹ ਨਹੀਂ ਹੁੰਦੀ ਜਿਸ ਨਾਲ ਮਾਲਕ ਬਰਬਾਦ ਹੋ ਜਾਵੇ ਸਗੋਂ ਉਹ ਹੁੰਦੀ ਹੈ ਜਿਸ ਵਿੱਚ ਦੋਵੇਂ ਧਿਰਾਂ ਵਿਕਾਸ ਕਰਦੀਆਂ ਹਨ। ਜਾਪਾਨੀ ਉਦਯੋਗਾਂ ਵਿੱਚ ਮਾਲਕਾਂ ਅਤੇ ਕਾਮਿਆਂ ਦਾ ਸਾਥ ਕਈ ਪੀੜ੍ਹੀਆਂ ਚੱਲਦਾ ਹੈ। ਉੱਥੇ ਹੜਤਾਲ ਵੀ ਆਪਸੀ ਸਹਿਮਤੀ ਨਾਲ ਕੀਤੀ ਜਾਂਦੀ ਹੈ। ਜੇ ਸ਼ਾਂਤੀ ਹੁੰਦੀ ਤਾਂ ਕਸ਼ਮੀਰ ਭਾਰਤ ਦਾ ਸਭ ਤੋਂ ਵੱਧ ਖੁਸ਼ਹਾਲ ਰਾਜ ਹੋਣਾ ਸੀ। ਜੇ ਕੋਈ ਸ਼ਕਤੀਸ਼ਾਲੀ ਦੇਸ਼ ਕਿਸੇ ਦੇਸ਼ ਦੀ ਪਿੱਠ ਠੋਕਦਾ ਰਹੇ ਤਾਂ ਇਹ ਸਥਿਤੀ ਕੇਂਦਰੀ ਸਮੱਸਿਆ ਹੱਲ ਨਹੀਂ ਹੋਣ ਦਿੰਦੀ। ਇਜ਼ਰਾਈਲ ਦੀ ਪਿੱਠ 'ਤੇ ਅਮਰੀਕਾ ਹੈ। ਪਾਕਿਸਤਾਨ ਦੀ ਪਿੱਠ 'ਤੇ ਚੀਨ ਹੈ। ਵਿਗਿਆਨੀ ਹਰੇਕ ਅਸਫਲ ਪ੍ਰਯੋਗ ਤੋਂ ਕੁਝ ਸਿੱਖਦੇ ਹਨ। ਇਵੇਂ ਉਹ ਅਸਫਲਤਾਵਾਂ ਨੂੰ ਸਫਲਤਾ ਦੇ ਪੜਾਅ ਬਣਾ ਲੈਂਦੇ ਹਨ। ਰਲ ਕੇ ਸੋਚਣ ਨਾਲ ਕਿਸੇ ਸਮੱਸਿਆ 'ਤੇ ਲੱਗਣ ਵਾਲੀ ਬੌਧਿਕ ਸ਼ਕਤੀ ਵੱਧ ਜਾਂਦੀ ਹੈ ਜਿਸ ਕਾਰਨ ਉਹ ਸਮੱਸਿਆ ਜਲਦੀ ਹੱਲ ਹੋ ਜਾਂਦੀ ਹੈ। ਸੂਚਨਾ ਦਾ ਆਦਾਨ ਪ੍ਰਦਾਨ ਜਿਤਨਾ ਸੁਖਾਲਾ ਅਤੇ ਸਸਤਾ ਹੋਵੇਗਾ ਉਤਨਾ ਪਰਿਵਰਤਨ ਸੌਖਿਆਂ ਵਾਪਰੇਗਾ। ਸੂਚਨਾ ਦਾ ਸੁਖਾਲਾ ਆਦਾਨ ਪ੍ਰਦਾਨ ਆਪਣੇ ਆਪ ਵਿੱਚ ਪਰਿਵਰਤਨ ਦਾ ਸਬੂਤ ਹੁੰਦਾ ਹੈ। ਕਿਸੇ ਸੰਕਟ ਵਿੱਚ ਇਕੱਲਾ ਵਿਅਕਤੀ ਹੋਰ ਤਰ੍ਹਾਂ ਸੋਚਦਾ ਹੈ। 2 ਹੋਰ ਤਰ੍ਹਾਂ 3 ਹੋਰ ਤਰ੍ਹਾਂ ਸੋਚਦੇ ਹਨ ਪਰ ਜੇ ਇਹ ਸੋਚਣ ਵਾਲੇ ਹੋਣ
ਕਰੜੀ ਦਰਜੇਬੰਦੀ ਵਾਲੇ ਸਮਾਜ ਵਿੱਚ ਕੁਝ ਨਵਾਂ ਨਹੀਂ ਵਾਪਰਦਾ, ਕਿਉਂਕਿ ਨਵੇਂ ਨੂੰ ਸ਼ੱਕ ਨਾਲ ਵੇਖਿਆ ਜਾਂਦਾ ਹੈ। ਪਰੰਪਰਾਵਾਦੀ ਉਹ ਹੁੰਦੇ ਹਨ ਜਿਹੜੇ ਅਕਸਰ ਦਾਦੇ ਦੇ ਉਸਾਰੇ ਮਕਾਨ ਵਿੱਚ ਹੀ ਆਪਣੀ ਸਾਰੀ ਜ਼ਿੰਦਗੀ ਗੁਜ਼ਾਰ ਦਿੰਦੇ ਹਨ। ਵੱਡੇ ਸ਼ਹਿਰਾਂ ਵਿੱਚ ਨਵੀਆਂ ਚੀਜ਼ਾਂ ਪਹਿਲਾਂ ਪਹੁੰਚਦੀਆਂ ਹਨ, ਕਿਉਂਕਿ ਉੱਥੇ ਨਵੇਂ ਦਾ ਸਵਾਗਤ ਹੁੰਦਾ ਹੈ। ਯੂਨੀਫਾਰਮ ਬਦਲਣ ਨਾਲ ਹੀ ਖਿਡਾਰੀਆਂ ਦੀ ਕਾਰਗੁਜ਼ਾਰੀ ਬਦਲ ਜਾਂਦੀ ਹੈ। ਜਦੋਂ ਵਿਆਹ ਲਈ ਕੋਈ ਰਿਸ਼ਤਾ ਵਿਚਾਰਨ ਵਿੱਚ ਲੜਕੀ ਸ਼ਾਮਲ ਕੀਤੀ ਜਾਵੇ ਤਾਂ ਲੜਕੀ ਉਸ ਰਿਸ਼ਤੇ ਨੂੰ ਸਫਲ ਬਣਾਉਣ ਲਈ ਤਨੋਂ ਮਨੋਂ ਤਿਆਰ ਹੋ ਜਾਂਦੀ ਹੈ। ਵਪਾਰੀ ਪਰਿਵਾਰ ਵਿੱਚੋਂ ਆਈ ਸਿਆਣੀ ਪਤਨੀ ਪਤੀ ਨੂੰ ਸਮਝਾ ਰਹੀ ਸੀ, ਮੇਰੀ ਤਨਖਾਹ ਮੇਰੀ, ਤੁਹਾਡੀ ਤਨਖਾਹ ਅੱਧੋ ਅੱਧ। ਉਚੇਰੀ ਸਿੱਖਿਆ ਨਾਲ ਸਮਾਜ ਅਤੇ ਦੇਸ਼ ਦੀਆਂ ਸਮੱਸਿਆਵਾਂ ਹੱਲ ਹੋਣੀਆਂ ਚਾਹੀਦੀਆਂ ਸਨ, ਪਰ ਇਸ ਨਾਲ ਪੈਸੇ ਦੇ ਪੁੱਤਰਾਂ ਦੀ ਗਿਣਤੀ ਹੀ ਵਧੀ ਹੈ। ਕਿਧਰੇ ਵੀ ਕੇਲੇ ਤੋਂ ਫਿਸਲਣ ਵਾਲੇ ਨਾਲ ਹਮਦਰਦੀ ਕਰਨ ਦਾ ਰਿਵਾਜ ਨਹੀਂ, ਉਸ 'ਤੇ ਹੱਸਣ ਦੀ ਹੀ ਰੀਤ ਹੈ। ਜਿਹੜੇ ਆਪਣੇ ਆਪ 'ਤੇ ਕਦੇ ਨਹੀਂ ਹੱਸਦੇ, ਉਹਨਾਂ ਉੱਤੇ ਹੋਰਾਂ ਨੂੰ ਹੱਸਣ ਦਾ ਅਵਸਰ ਮਿਲਦਾ ਹੀ ਰਹਿੰਦਾ ਹੈ। ਲਾਟਰੀ ਦੀਆਂ ਟਿਕਟਾਂ ਥੋੜ੍ਹੇ ਹੋਏ ਲੋਕ ਨਿਰਾਸ਼ਤਾ ਕਾਰਨ ਖਰੀਦਦੇ ਹਨ। ਅੱਤਵਾਦੀ ਹੱਸਦੇ ਨਹੀਂ, ਜੇ ਹੱਸਣ ਤਾਂ ਹੋਰਾਂ ਵਰਗੇ ਲੱਗਣ ਲੱਗ ਪੈਂਦੇ ਹਨ। ਆਪਣੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਹਰ ਕੋਈ ਢੁਕਵਾਂ ਸੰਕਲਪ ਉਸਾਰ ਲੈਂਦਾ ਹੈ। ਗੁਲਾਮਾਂ ਦੇ ਮਾਲਕਾਂ ਨੇ ਗੁਲਾਮੀ ਦੇ ਪੱਖ ਵਿੱਚ ਸੰਕਲਪ ਹੀ ਨਹੀਂ, ਸਿਧਾਂਤ ਵੀ ਉਸਾਰੇ ਹੋਏ ਸਨ। ਹਰੇਕ ਸਮਾਜ ਵਿੱਚ ਪੁਰਸ਼ਾਂ ਨੇ ਔਰਤ ਦੇ ਮੁਕਾਬਲੇ ਆਪਣੀ ਉੱਚਤਾ ਦਾ ਸਿਧਾਂਤ ਸਿਰਜਿਆ ਹੋਇਆ ਹੈ। ਇਹ ਸੰਕਲਪ ਅਤੇ ਸਿਧਾਂਤ ਆਪੇ ਨਹੀਂ ਟੁੱਟਦੇ, ਅੰਦੋਲਨ ਕਰਕੇ ਤੋੜਨੇ ਪੈਂਦੇ ਹਨ। ਕਈ ਸਮਾਗਮਾਂ 'ਤੇ ਨਾ ਮੇਜ਼ਬਾਨ ਮਿਲਦਾ ਹੈ, ਨਾ ਪਰਿਵਾਰ ਦੇ ਜੀਅ ਮਿਲਦੇ ਹਨ, ਬਹਿਰੇ ਹੀ ਮਿਲਦੇ ਹਨ। ਕੋਈ ਚੀਜ਼ ਕਾਹਲ ਨਾਲ ਲੱਭੋਗੇ ਨਹੀਂ ਲੱਭੇਗੀ, ਧੀਰਜ ਨਾਲ ਲੱਭੋਗੇ ਸਾਹਮਣੇ ਹੀ ਪਈ ਹੋਵੇਗੀ। ਅਮੀਰੀ ਨਾਲ ਸਾਂਝੇ ਭਾਈਚਾਰਕ ਜੀਵਨ ਦੀ ਪੱਧਰ ਡਿੱਗਦੀ ਹੈ, ਕਿਉਂਕਿ ਹਰ ਕੋਈ ਸੋਚਦਾ ਹੈ ਹੁਣ ਮੈਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ, ਜਿਸ ਚੀਜ਼ ਦੀ ਲੋੜ ਪਏਗੀ ਮੈਂ ਆਪੇ ਖਰੀਦ ਲਵਾਂਗਾ। ਕਾਲਾ ਮਕੈਨਿਕ ਕਦੇ ਪੂਰਾ ਕੰਮ ਨਹੀਂ ਕਰਦਾ। ਦੌੜਦਿਆਂ ਕੁਝ ਨਹੀਂ ਦਿਸਦਾ, ਕਾਰ ਚਲਾਉਂਦਿਆਂ ਸੜਕ ਤੋਂ ਸਿਵਾਏ ਕੁਝ ਵੇਖਿਆ ਨਹੀਂ ਜਾਂਦਾ। ਪੈਦਲ ਚੱਲੋ, ਹੌਲੀ ਚੱਲੋ, ਜ਼ਿੰਦਗੀ ਦਾ ਨਾਟਕ ਦਿਸੇਗਾ। ਕਈ ਅਨੇਕਾਂ ਅਧਿਆਪਕਾਂ ਤੋਂ ਪੜ੍ਹ ਕੇ ਵੀ ਅਨਪੜ੍ਹ ਰਹਿੰਦੇ ਹਨ। ਨਾਮਾਂ ਦੀ ਸਾਰੀ ਸੂਚੀ ਕਾਲੀ ਸਿਆਹੀ ਵਿੱਚ ਲਿਖੋ, ਇੱਕ ਦਾ ਨਾਂ ਲਾਲ ਸਿਆਹੀ ਵਿੱਚ ਲਿਖੋ। ਲਾਲ ਸਿਆਹੀ ਵਿੱਚ ਲਿਖਿਆ ਨਾਂ ਹਰ ਕੋਈ ਪੜ੍ਹੇਗਾ ਅਤੇ ਯਾਦ ਰਹੇਗਾ। ਇਹ ਅਸਾਧਾਰਨ ਦਾ ਮਹੱਤਵ ਹੁੰਦਾ ਹੈ। ਮੋਮਬੱਤੀਆਂ ਬਾਲ ਕੇ ਰਾਤ ਦਾ ਖਾਣਾ ਖਾਓ, ਹਰ ਕੋਈ ਸੋਹਣਾ, ਸਿਆਣਾ ਅਤੇ ਪਿਆਰਾ ਅਤੇ ਆਪਣਾ ਲੱਗੇਗਾ। ਪ੍ਰੇਮੀ ਪ੍ਰੇਮਿਕਾ ਇੱਕ ਦੂਜੇ ਨੂੰ ਆਪਣੇ ਮਾਪਿਆਂ ਨਾਲ ਮਿਲਾਉਣ ਤੋਂ ਘਬਰਾਉਂਦੇ ਹਨ, ਕਿਉਂਕਿ ਦੋਹਾਂ ਨੂੰ ਆਪਣਾ ਝੂਠ ਫੜੇ ਜਾਣ ਦਾ, ਮੂਰਖਤਾ ਪ੍ਰਗਟ ਹੋਣ ਦਾ ਅਤੇ ਅਪ੍ਰਵਾਨ ਕੀਤੇ ਜਾਣ ਦਾ ਡਰ ਸਤਾਉਂਦਾ ਹੈ। ਅਜੋਕੇ ਪਤੀ ਪਤਨੀ ਦਾ ਮੁੱਖ ਕਾਰਜ ਇੱਕ ਦੂਜੇ ਦੀ ਰਾਖੀ ਕਰਨਾ ਹੋ ਗਿਆ ਹੈ। ਕੋਈ ਪਤਾ ਨਹੀਂ ਕਦੋਂ ਕੌਣ ਕਿਸ ਨਾਲ ਕਿੱਧਰ ਨਿਕਲ ਜਾਵੇ। ਇਸਤਰੀਆਂ ਦੇ ਰਲ ਬੈਠਣ ਨਾਲ ਉਹਨਾਂ ਦੀ ਸਿਹਤ ਠੀਕ ਰਹਿੰਦੀ ਹੈ। ਜੇ ਘੋੜਾ ਬਣੋਗੇ ਹਰ ਕੋਈ ਕਾਠੀ ਪਾਉਣ ਦਾ ਯਤਨ ਕਰੇਗਾ। ਇੱਕ ਵਿਅਕਤੀ ਲੋੜਵੰਦਾਂ ਦੀ ਮੁਫਤ ਮਾਲਿਸ਼ ਕਰਦਾ ਸੀ, ਜਿਨ੍ਹਾਂ ਨੂੰ ਲੋੜ ਨਹੀਂ ਸੀ ਹੁੰਦੀ, ਮੁਫਤ ਹੋਣ ਕਰਕੇ ਉਹ ਵੀ ਕਰਵਾ ਜਾਂਦੇ ਸਨ। ਪਿਤਾ ਅਕਸਰ ਆਲੋਚਨਾ ਹੀ ਕਰਦੇ ਹਨ, ਸ਼ਾਬਾਸ਼ ਮਾਂ ਤੋਂ ਹੀ ਮਿਲਦੀ ਹੈ। ਹਰੇਕ ਦੇ ਵਿਹਾਰ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਅਤੇ ਉਸਦੇ ਬਚਪਨ ਤੱਕ ਫੈਲੀਆਂ ਹੁੰਦੀਆਂ ਹਨ। ਸੋ ਕਿਸੇ ਨੂੰ ਪੂਰੀ ਤਰ੍ਹਾਂ ਸਮਝਣਾ, ਬਦਲਣਾ ਅਸੰਭਵ ਭਾਵੇਂ ਨਾ ਹੋਵੇ, ਸੌਖਾ ਬਿਲਕੁਲ ਨਹੀਂ ਹੁੰਦਾ। ਸਾੜਾ ਮੇਰੇ ਬੱਚਾ ਨਹੀਂ ਹੋ ਰਿਹਾ, ਉਸਦੇ ਕਿਉਂ ਹੋ ਗਿਆ ਹੈ। ਜੋ ਮੈਂ ਚਾਹੁੰਦਾ ਹਾਂ ਉਹ ਉਸ ਕੋਲ ਹੈ, ਜੋ ਉਸ ਕੋਲ ਹੈ ਉਹ ਮੇਰੇ ਕੋਲ ਕਿਉਂ ਨਹੀਂ। ਈਰਖਾ, ਜੇ ਉਹ ਕਰ ਸਕਦੀ ਹੈ ਤਾਂ ਮੈਂ ਵੀ ਕਰ ਸਕਦੀ ਹਾਂ, ਮੈਂ ਵੀ ਕਰਾਂਗੀ। ਉਸਨੇ ਨਵਾਂ ਮਕਾਨ ਪਾਇਆ ਹੈ, ਮੈਂ ਕੋਈ ਘੱਟ ਹਾਂ, ਮੈਂ ਵੀ ਪਾਵਾਂਗਾ। ਜੇਕਰ ਕੋਈ ਇਸਤਰੀ ਆਪਣੇ ਪਤੀ ਦੇ ਵਿਹਾਰ ਸੰਬੰਧੀ ਆਪਣੀ ਸਹੇਲੀ ਨਾਲ ਗੱਲਾਂ ਕਰਦੀ ਹੈ ਤਾਂ ਇਹ ਸੰਕੇਤ ਹੈ ਕਿ ਉਹਨਾਂ ਦੇ ਸੰਬੰਧ ਇਕਸੁਰ ਨਹੀਂ ਹਨ। ਹਰ ਰਿਸ਼ਤੇ ਦੀ ਆਪਣੀ ਸਿਹਤ ਅਤੇ ਤਾਕਤ ਹੁੰਦੀ ਹੈ। ਕਈ ਰਿਸ਼ਤੇ ਕਮਜ਼ੋਰ ਹੋ ਜਾਂਦੇ ਹਨ, ਕਈ ਬਿਮਾਰ ਹੋ ਜਾਂਦੇ ਹਨ, ਕਈ ਥੱਕ ਕੇ ਮੁਰਝਾ ਜਾਂਦੇ ਹਨ, ਪਰ ਕਈ ਪੁਰਾਣੇ ਹੋਣ ਦੇ ਬਾਵਜੂਦ ਜਵਾਨ ਅਤੇ ਸੱਜਰੇ ਲੱਗਦੇ ਹਨ। ਰਿਸ਼ਤੇ ਪਾਲਣੇ ਪੈਂਦੇ ਹਨ, ਇੱਕ ਪਾਸੜ ਰਿਸ਼ਤੇ ਨਹੀਂ ਚੱਲਦੇ। ਜੇ ਤੁਹਾਡਾ ਕਿਸੇ ਰਿਸ਼ਤੇਦਾਰ ਨਾਲ ਝਗੜਾ ਚੱਲ ਰਿਹਾ ਹੈ ਤਾਂ ਹੋਰ ਸਮੱਸਿਆਵਾਂ ਹੱਲ ਹੋਣੋਂ ਰਹਿ ਜਾਣਗੀਆਂ। ਹਰ ਝਗੜੇ ਦੀ ਲਾਗਤ ਹੀ ਨਹੀਂ ਹੁੰਦੀ, ਹਰ ਰਿਸ਼ਤਾ ਵਿਗੜ ਕੇ ਘਾਟਾ ਵੀ ਪਾਉਂਦਾ ਹੈ।
ਜਦੋਂ ਪਤੀ ਪਤਨੀ ਦੀਆਂ ਆਪਸੀ ਸਮੱਸਿਆਵਾਂ ਦਾ ਮਾਮਲਾ ਕਿਸੇ ਤੀਜੇ ਅੱਗੇ ਵਿਚਾਰਿਆ ਜਾਵੇਗਾ, ਮਾਮਲਾ ਉਲਝੇਗਾ। ਮਿੱਤਰ ਸਹੇਲੀਆਂ ਸਾਡੀ ਜ਼ਿੰਦਗੀ ਨੂੰ ਸੰਤੁਲਨ ਅਤੇ ਟਿਕਾਊ ਪ੍ਰਦਾਨ ਕਰਦੇ ਹਨ। ਇਹ ਸਾਡੇ ਰੋਗਾਂ ਸੋਗਾਂ ਦਾ ਇਲਾਜ ਹੁੰਦੇ ਹਨ। ਇਹਨਾਂ ਤੋਂ ਸਮੱਸਿਆਵਾਂ ਹੱਲ ਕਰਨ ਲਈ ਉਤਸ਼ਾਹ ਅਤੇ ਵਿਚਾਰ ਮਿਲਦੇ ਹਨ। ਬੱਚਿਆਂ ਲਈ ਮਾਂ ਦੀ ਛੋਹ ਅਤੇ ਹਾਜ਼ਰੀ ਜ਼ਰੂਰੀ ਹੁੰਦੀ ਹੈ, ਨਹੀਂ ਤਾਂ ਉਹ ਬਿਮਾਰ ਪੈ ਜਾਂਦੇ ਹਨ ਅਤੇ ਕਈ ਵਾਰੀ ਮਰ ਵੀ ਜਾਂਦੇ ਹਨ। ਮਾਂ ਦੀ ਛੱਤ ਤੋਂ ਬਿਨਾਂ ਬੱਚੇ ਸੁਰੱਖਿਅਤ ਨਹੀਂ ਰਹਿੰਦੇ। ਲੋੜ ਨਾਲੋਂ ਵੱਧ ਮਦਦ ਕਰਨ ਨਾਲ ਮਦਦ ਲੈਣ ਵਾਲਾ ਕਮਜ਼ੋਰ ਹੁੰਦਾ ਹੈ। ਜੇਲ੍ਹ ਵਿੱਚ ਜੀਵਨ ਦੀਆਂ ਤਰਜੀਹਾਂ ਬਦਲ ਜਾਂਦੀਆਂ ਹਨ। ਨਾ ਕਿਸੇ ਨੇ ਆਉਣਾ ਹੁੰਦਾ ਹੈ, ਨਾ ਕਿਧਰੇ ਜਾਣਾ ਹੁੰਦਾ ਹੈ। ਤਿਆਰ ਹੋਣ ਦੀ ਲੋੜ ਹੀ ਨਹੀਂ ਪੈਂਦੀ। ਇਸ ਨਾਲ ਹਰੇਕ ਕੈਦੀ ਕੁਝ ਹੋਰ ਹੀ ਬਣ ਜਾਂਦਾ ਹੈ। ਜੇ ਬੱਚਾ ਹਸਪਤਾਲ ਵਿੱਚ ਦਾਖਲ ਹੋਵੇ ਤਾਂ ਮਾਪੇ ਵੀ ਮਰੀਜ਼ ਬਣ ਜਾਂਦੇ ਹਨ। ਜੇਲ੍ਹ ਵਿੱਚ ਸਭ ਤੋਂ ਪਹਿਲਾਂ ਜੇਲ੍ਹ ਦੀ ਭਾਸ਼ਾ ਸਿੱਖਣੀ ਪੈਂਦੀ ਹੈ। ਇੱਥੇ ਹਰ ਕੋਈ ਨੇਲੇ ਤੇ ਦਹਿਲਾ ਹੁੰਦਾ ਹੈ। ਹਰ ਕੋਈ ਦੂਜੇ ਨੂੰ ਪੁੱਤਰ ਸਮਝਦਾ ਹੈ, ਪਰ ਦੂਜਾ ਅਕਸਰ ਪਿਓ ਨਿਕਲ ਆਉਂਦਾ ਹੈ। ਜਦੋਂ ਕੋਈ ਆਪਣਾ ਦੁੱਖ ਸੁਣਾਵੇ, ਉਸਨੂੰ ਨਾ ਕੇਵਲ ਧਿਆਨ ਨਾਲ ਸੁਣੋ, ਉਸਦੇ ਸ਼ਬਦਾਂ ਨੂੰ ਦੁਹਰਾਓ। ਸੁਣਾਉਣ ਵਾਲੇ ਨੂੰ ਤਸੱਲੀ ਅਤੇ ਹੌਸਲਾ ਮਿਲੇਗਾ। ਜਿਹੜੀ ਭਾਸ਼ਾ ਨੂੰ ਧਰਮ ਨਾਲ ਜੋੜ ਦਿੱਤਾ ਜਾਂਦਾ ਹੈ, ਉਸ ਧਰਮ ਨੂੰ ਨਾ ਮੰਨਣ ਵਾਲੇ ਉਸ ਭਾਸ਼ਾ ਤੋਂ ਹੀ ਬੇਮੁਖ ਹੋ ਜਾਂਦੇ ਹਨ ਅਤੇ ਅਜਿਹੀ ਭਾਸ਼ਾ ਦਾ ਘੇਰਾ ਤੰਗ ਹੋ ਜਾਣ ਕਰਕੇ ਉਹ ਭਾਸ਼ਾ ਵਿਕਾਸ ਨਹੀਂ ਕਰਦੀ। ਜੇ ਕਿਸੇ ਥਾਂ ਕੋਈ ਪਕਵਾਨ ਤੁਸੀਂ ਪਹਿਲੀ ਵਾਰ ਖਾ ਰਹੇ ਹੋ ਤਾਂ ਤੁਹਾਡਾ ਉਸ ਨੂੰ ਖਾਣ ਦਾ ਢੰਗ ਅਕਸਰ ਸਹੀ ਨਹੀਂ ਹੋਵੇਗਾ। ਖਾਣ ਤੋਂ ਪਹਿਲਾਂ ਖਾਣ ਦਾ ਢੰਗ ਪੁੱਛੋ। ਜੋ ਮੁੱਲਵਾਨ ਹੁੰਦਾ ਹੈ ਉਸ ਵੱਲ ਧਿਆਨ ਦੇਣ ਵਿੱਚ ਮੁਸ਼ਕਲ ਨਹੀਂ ਹੁੰਦੀ। ਜੋ ਮਹੱਤਵਪੂਰਨ ਹੁੰਦਾ ਹੈ ਉਹ ਕਰਨ ਲਈ ਵਕਤ ਦੀ ਘਾਟ ਨਹੀਂ ਆਉਂਦੀ। 50ਵੇਂ ਜਨਮ ਦਿਨ 'ਤੇ ਜ਼ਿੰਦਗੀ ਵਿੱਚ ਜੋ ਪ੍ਰਾਪਤ ਕਰਨਾ ਚਾਹਿਆ ਸੀ ਉਹ ਪ੍ਰਾਪਤ ਨਾ ਹੋਣ 'ਤੇ ਉਸਦੇ ਪ੍ਰਾਪਤ ਹੋਣ ਦੀ ਆਸ ਧੁੰਦਲੀ ਪੈ ਜਾਂਦੀ ਹੈ। ਸਾਡੀ ਹਰ ਗੱਲ ਨਾਲ ਸਹਿਮਤ ਹੋਣ ਵਾਲਿਆਂ ਨਾਲ ਚਰਚਾ ਸੰਭਵ ਨਹੀਂ ਹੁੰਦੀ। ਗੱਲ ਉਹਨਾਂ ਨਾਲ ਕਰਨ ਦਾ ਲਾਭ ਹੁੰਦਾ ਹੈ ਜਿੱਥੇ ਪੂਰਨ ਸਹਿਮਤੀ ਨਹੀਂ ਹੁੰਦੀ। ਨਵੇਂ ਲੋਕਾਂ ਨੂੰ ਮਿਲੋ, ਨਵੀਆਂ ਥਾਵਾਂ 'ਤੇ ਜਾਓ, ਜ਼ਿੰਦਗੀ ਥੱਕੇਗੀ ਨਹੀਂ। ਦੋਸਤ ਦਿਲਚਸਪ ਹੁੰਦੇ ਹਨ, ਦੋਸਤਾਂ ਦੇ ਦੋਸਤ ਵਧੇਰੇ ਦਿਲਚਸਪ ਹੁੰਦੇ ਹਨ। ਲੰਮੇ ਅਤੇ ਵਿਆਪਕ ਅਨੁਭਵ ਉੱਤੇ ਆਧਾਰਿਤ ਸਰਲ ਛੋਟੇ ਵਾਕਾਂ ਵਿੱਚ ਅਖਾਣਾਂ ਵਾਲੇ ਗੁਣ ਹੁੰਦੇ ਹਨ। ਪ੍ਰੇਮੀ ਪ੍ਰੇਮਿਕਾ ਕੋਲ ਇੱਕ ਪੜਾਅ 'ਤੇ ਇੱਕ ਦੂਜੇ ਨੂੰ ਅਪਣਾਈ ਰੱਖਣ ਦਾ ਕੋਈ ਨਵਾਂ ਕਾਰਨ ਨਹੀਂ ਸੁੱਝਦਾ, ਪਰ ਇੱਕ ਵੱਲੋਂ ਦੂਜੇ ਨੂੰ ਤਿਆਗਣ ਦੇ ਅਨੇਕਾਂ ਕਾਰਨ ਸੁੱਝਣ ਲੱਗ ਪੈਂਦੇ ਹਨ। ਸ਼ਤਰੰਜ ਵਿੱਚ ਜਦੋਂ ਤੱਕ ਤੁਸੀਂ ਹਾਰਦੇ ਨਹੀਂ, ਤੁਸੀਂ ਸਿੱਖਦੇ ਨਹੀਂ। ਜਿਨ੍ਹਾਂ ਤੋਂ ਹਾਰਦੇ ਹੋ ਉਹਨਾਂ ਨੂੰ ਸਿਖਲਾਈ ਦੇਣ ਵਾਲੇ ਸਮਝੋ। ਆਪਣੇ ਦੁਸ਼ਮਣਾਂ ਨਾਲ ਜੇ ਸਤਿਕਾਰ ਨਾਲ ਪੇਸ਼ ਆਓਗੇ, ਉਹ ਬੜੇ ਪਰੇਸ਼ਾਨ ਹੋਣਗੇ, ਫਿਰ ਬੜੇ ਹੈਰਾਨ ਹੋਣਗੇ। ਉਹਨਾਂ ਕੋਲੋਂ ਦੁਸ਼ਮਣੀ ਕਰਨ ਦਾ ਕਾਰਨ ਗਵਾਚ ਜਾਵੇਗਾ। ਵਿਕਲਾਂਗ ਦਾ ਵਿਕਲਾਂਗ ਦੋਸਤ ਹੋਵੇ, ਦੋਹਾਂ ਨੂੰ ਵਿਕਲਾਂਗਤਾ ਭੁੱਲ ਜਾਂਦੀ ਹੈ। ਜਿਸ ਵਿੱਚ ਆਤਮਘਾਤੀ ਰੁਚੀਆਂ ਪੈਦਾ ਹੋ ਜਾਣ, ਉਸ ਨਾਲ ਬਹਿਸ ਨਾ ਕਰੋ, ਉਪਦੇਸ਼ ਨਾ ਦਿਓ, ਸਮਝਾਉਣ ਦਾ ਯਤਨ ਨਾ ਕਰੋ, ਉਸਨੂੰ ਸੁਣੋ। ਕੀ ਤੁਸੀਂ ਬੇਹੇ ਹੋ ਗਏ ਹੋ? ਜੇ ਕੁਝ ਨਵਾਂ ਵੇਖਣ, ਸੁਣਨ, ਕਰਨ ਲਈ ਤਿਆਰ ਹੋ ਤਾਂ ਤੁਸੀਂ ਤੰਦਰੁਸਤ ਅਤੇ ਸੱਜਰੇ ਹੋ। ਗਰੀਬਾਂ ਦੀ ਸਭ ਤੋਂ ਵੱਡੀ ਸੇਵਾ ਵਿੱਦਿਆ ਹੁੰਦੀ ਹੈ। ਸੰਸਾਰ ਦੀ ਵਿਸ਼ਾਲਤਾ ਨੂੰ ਖੁੱਲ੍ਹੇ ਮਨ ਨਾਲ ਹੀ ਮਾਣਿਆ ਜਾ ਸਕਦਾ ਹੈ। ਕੋਈ ਵੀ ਕੌਮ ਆਪਣੇ ਆਗੂਆਂ ਤੋਂ ਵੱਧ ਉੱਚੀ ਨਹੀਂ ਉੱਠ ਸਕਦੀ। ਇਵੇਂ ਹੀ ਭੈੜੇ ਆਗੂਆਂ ਦੀ ਪੱਧਰ ਤੱਕ ਉਹ ਥੱਲੇ ਡਿੱਗ ਸਕਦੀ ਹੈ। ਜਿਹੜੇ ਆਕੜ ਖਾਨ ਹੁੰਦੇ ਹਨ ਉਹ ਪਖੰਡੀ ਵੀ ਹੋਣਗੇ। ਜਿਹੜਾ ਪੁਰਸ਼ ਇਸਤਰੀ ਦੀ ਉਡੀਕ ਕਰਨ ਲਈ ਤਿਆਰ ਨਹੀਂ, ਉਹ ਉਸ ਨੂੰ ਪਿਆਰ ਕਰਨ ਦੇ ਯੋਗ ਨਹੀਂ। ਇਸਤਰੀਆਂ ਦੀਆਂ ਆਉਣ ਅਤੇ ਪਹੁੰਚਣ ਸੰਬੰਧੀ ਮੁਸ਼ਕਿਲਾਂ ਅਤੇ ਮਜਬੂਰੀਆਂ ਵਧੇਰੇ ਹੁੰਦੀਆਂ ਹਨ। ਅਸਫਲਤਾ ਅਜਾਈ ਨਹੀਂ ਜਾਂਦੀ। ਅਕਸਰ ਕੁਦਰਤ ਸਾਨੂੰ ਇੱਕ ਖੇਤਰ ਵਿੱਚ ਅਸਫਲ ਕਰਕੇ ਕਿਸੇ ਹੋਰ ਖੇਤਰ ਵਿੱਚ ਸਫਲਤਾ ਲਈ ਤਿਆਰ ਕਰ ਰਹੀ ਹੁੰਦੀ ਹੈ। ਕਸਰਤ ਕਰਨ ਲਈ ਨੌਕਰ ਨਹੀਂ ਰੱਖੇ ਜਾ ਸਕਦੇ। ਜੇ ਦੂਜੀ ਧਿਰ ਤੁਹਾਡੀਆਂ ਭਾਵਨਾਵਾਂ ਨੂੰ ਸਮਝੇ ਅਤੇ ਤੁਹਾਡਾ ਸਤਿਕਾਰ ਕਰੇ ਤਾਂ ਸਮਝੌਤਾ ਕਰ ਲੈਣਾ ਚਾਹੀਦਾ ਹੈ। ਕਿਸੇ ਵੱਲੋਂ ਬੇਇੱਜ਼ਤੀ ਵਾਲੀ ਇੱਕ ਵਾਰੀ ਕਹੀ ਗੱਲ ਨੂੰ ਹੋਰਾਂ 100 ਕੋਲ ਦੱਸਣਾ ਸਿਆਣਪ ਨਹੀਂ ਹੁੰਦੀ। ਹੰਢਣਸਾਰ ਰਿਸ਼ਤੇ ਦੋ ਆਧਾਰਾਂ 'ਤੇ ਚੱਲਦੇ ਹਨ। ਸਾਂਝਾ ਲੱਭੋ, ਵੱਖਰੇਵੇਂ ਮਾਣੋ। ਫਸਲਾਂ ਮੀਂਹ ਨਾਲ ਉੱਗਦੀਆਂ ਹਨ, ਬੱਦਲਾਂ ਦੀ ਗਰਜ ਨਾਲ ਨਹੀਂ। ਤੁਹਾਡਾ ਕੋਈ ਝਗੜਾ ਤੁਹਾਡੀ ਸ਼ਮੂਲੀਅਤ ਤੋਂ ਬਿਨਾਂ ਜਾਰੀ ਨਹੀਂ ਰਹਿ ਸਕਦਾ। ਸੰਗੀਤ ਵਿੱਚ ਦਿਲ ਦੀ ਧੜਕਣ ਬਦਲਣ ਦੀ ਸ਼ਕਤੀ ਹੁੰਦੀ ਹੈ। ਸੰਗੀਤ ਸੁਣੋ, ਦਿਲ ਦੀ ਧੜਕਣ ਸੰਗੀਤ ਦਾ ਸਾਥ ਦੇਣ ਲੱਗ ਪਏਗੀ। ਇਮਾਨਦਾਰ ਕਹਾਉਣ ਦੀ ਲੋੜ ਬੇਈਮਾਨਾਂ ਨੂੰ ਪੈਂਦੀ ਹੈ।
ਅਸੀਂ ਆਪਣੀਆਂ ਪ੍ਰਾਪਤੀਆਂ ਦੇ ਆਧਾਰ 'ਤੇ ਵਿਕਾਸ ਨਹੀਂ ਕਰਦੇ, ਬਰਦਾਸ਼ਤ ਕੀਤੀਆਂ ਮੁਸ਼ਕਲਾਂ ਦੇ ਆਧਾਰ 'ਤੇ ਕਰਦੇ ਹਾਂ। ਨਿਸ਼ਾਨਾ ਪਹੁੰਚਣ ਲਈ ਨਹੀਂ ਹੁੰਦਾ, ਸੇਧ ਵਿਖਾਉਣ ਲਈ ਹੁੰਦਾ ਹੈ। ਦਿਲ ਦੇ ਦੌਰੇ ਉਪਰੰਤ ਮਰੀਜ਼ ਲਈ ਸੰਗੀਤ ਬੜੀ ਵੱਡੀ ਰਾਹਤ ਹੁੰਦੀ ਹੈ। ਕੰਮ ਕੋਈ ਹੋਵੇ, ਪਹਿਲਾ ਪੱਖ ਕੁਆਲਿਟੀ ਹੁੰਦਾ ਹੈ, ਸਮਾਂ ਅਤੇ ਖਰਚ ਮਗਰਲੇ ਪੱਖ ਹੁੰਦੇ ਹਨ। ਕੋਈ ਨਹੀਂ ਪੁੱਛਦਾ ਤਾਜ ਮਹਿਲ ਨੂੰ ਕਿਤਨਾ ਸਮਾਂ ਲੱਗਿਆ, ਸਾਰੇ ਪੁੱਛਦੇ ਹਨ ਇਹ ਕਿਸ ਨੇ ਬਣਾਇਆ ਅਤੇ ਕਿਉਂ ਬਣਵਾਇਆ ਸੀ। ਭਾਵੇਂ ਕਿਤਨੀਆਂ ਹੀ ਗਲਤੀਆਂ ਕਰੋ ਅਤੇ ਤੁਹਾਡਾ ਵਿਕਾਸ ਭਾਵੇਂ ਕਿਤਨਾ ਵੀ ਮੱਠਾ ਹੋਵੇ, ਜਿਹੜੇ ਯਤਨ ਹੀ ਨਹੀਂ ਕਰਦੇ ਉਹਨਾਂ ਤੋਂ ਤੁਸੀਂ ਅੱਗੇ ਹੀ ਰਹੋਗੇ। ਮੈਂ ਦੀ ਥਾਂ ਆਪਣੇ ਆਪ ਨੂੰ ਅਸੀਂ ਦੱਸਣਾ ਅਤੇ ਤੁਸੀਂ ਦੀ ਥਾਂ ਦੂਜੇ ਨੂੰ ਤੂੰ ਕਹਿਣਾ ਬੇਇੱਜ਼ਤੀ ਕਰਨ ਦਾ ਟਕਸਾਲੀ ਢੰਗ ਹੁੰਦਾ ਹੈ। ਸੰਸਾਰ ਵਿੱਚ ਜਿਤਨੇ ਵਿਅਕਤੀ ਹਨ ਉਸ ਨਾਲੋਂ ਵੀ ਵਧੇਰੇ ਚਰਿੱਤਰ ਹਨ, ਕਿਉਂਕਿ ਕਈਆਂ ਦਾ ਦਿਨ ਵੇਲੇ ਹੋਰ ਅਤੇ ਰਾਤ ਵੇਲੇ ਹੋਰ ਚਰਿੱਤਰ ਹੁੰਦਾ ਹੈ। ਭਾਵੇਂ ਤੁਸੀਂ ਸਸਤੀ ਤੋਂ ਸਸਤੀ ਕਾਰ ਚਲਾਓ ਜਾਂ ਰੋਲਸ ਰਾਇਸ ਚਲਾਓ, ਸੜਕ ਉਹੀ ਰਹੇਗੀ। ਭਾਵੇਂ ਆਮ ਘੜੀ ਬੰਨੋ ਜਾਂ ਰੋਲੈਕਸ ਦੀ ਬੰਨੋ, ਵਕਤ ਉਹੀ ਰਹੇਗਾ। ਜਦੋਂ ਤੱਕ ਮਨੁੱਖ ਨਹੀਂ ਬਦਲਦਾ, ਚੀਜ਼ਾਂ ਦੇ ਬਦਲਣ ਨਾਲ ਕੋਈ ਫਰਕ ਨਹੀਂ ਪੈਂਦਾ। ਵਿਸ਼ਵ ਦੇ ਵੱਡੇ ਮੁਕਾਬਲਿਆਂ 'ਚ ਭਾਗ ਲੈਣ ਸਮੇਂ ਆਪਣੇ ਦੇਸ਼ ਦਾ ਝੂਲਦਾ ਝੰਡਾ ਵੇਖਣਾ ਉਤਸ਼ਾਹ ਦਿੰਦਾ ਹੈ। ਠਹਾਕਾਂ ਮਾਰ ਕੇ ਹੱਸਣ ਵਾਲਿਆਂ ਦਾ ਸਿਰ ਨਹੀਂ ਦੁਖਦਾ। ਪਰੰਪਰਾਵਾਂ ਕੇਵਲ ਪਾਲਣ ਲਈ ਨਹੀਂ ਹੁੰਦੀਆਂ, ਨਿਰੰਤਰ ਸੋਧਣ, ਨਿਖਾਰਨ, ਸਮੇਂ ਦੇ ਹਾਣ ਦੀਆਂ ਬਣਾਉਣ, ਬਦਲਣ, ਤੋੜਨ ਅਤੇ ਉਲੰਘਣ ਲਈ ਹੁੰਦੀਆਂ ਹਨ। ਪਰ ਅਸੀਂ ਪਰੰਪਰਾਵਾਂ ਦੇ ਰਖਵਾਲੇ ਬਣ ਗਏ ਹਾਂ। ਤਾਰੇ ਗਿਣੋ ਭੁੱਲ ਜਾਓਗੇ ਕਿੱਥੋਂ ਗਿਣਨੇ ਆਰੰਭ ਕੀਤੇ ਸੀ ਅਤੇ ਕਿਤਨੇ ਗਿਣੇ ਹਨ। ਅਖੀਰ 'ਤੇ ਆਪਣੇ ਆਪ ਉੱਤੇ ਹੱਸੋਗੇ। ਇਹ ਹਾਸਾ ਆਪਣੀ ਮੂਰਖਤਾ ਦੀ ਖੁਸ਼ੀ ਭਰੀ ਸੋਝੀ ਤੋਂ ਉਪਜਦਾ ਹੈ। 20 ਨੌਕਰੀਆਂ ਲਈ 2.5 ਲੱਖ ਅਰਜ਼ੀਆਂ ਦਾ ਆਉਣਾ ਫੈਲੀ ਹੋਈ ਨਿਰਾਸ਼ਾ ਅਤੇ ਬੇਰੁਜ਼ਗਾਰੀ ਨੂੰ ਹੀ ਨਹੀਂ ਪ੍ਰਗਟਾਉਂਦਾ, ਇਹ ਆਰਥਿਕਤਾ ਅਤੇ ਰਾਜਨੀਤੀ 'ਤੇ ਵੀ ਭਰਪੂਰ ਅਤੇ ਸਖਤ ਟਿੱਪਣੀ ਵੀ ਹੈ। ਅਜੋਕੇ ਸੰਤਾਂ ਕੋਲ ਪਰਮਾਤਮਾ ਦਾ ਨਾਂ ਲੈਣ ਵਾਲੇ ਮੂੰਹ ਹੀ ਨਹੀਂ ਹਨ। ਅਜੋਕਾ ਸਮਾਂ ਪਹਿਲੇ ਸਾਰੇ ਯੁੱਗਾਂ ਅਤੇ ਸਮਿਆਂ ਨਾਲੋਂ ਵਧੇਰੇ ਮਹੱਤਵਪੂਰਨ ਹੈ, ਕਿਉਂਕਿ ਇਹ ਸਾਡਾ ਸਮਾਂ ਹੈ। ਹੁਣ ਜ਼ਿੰਦਗੀ ਨੂੰ ਕਿਸਮਤ ਸਮਝ ਕੇ ਨਹੀਂ ਜੀਵਿਆ ਜਾ ਸਕਦਾ। ਮਨਮਰਜ਼ੀ ਚੰਗੇ ਕੰਮ ਕਰਦਿਆਂ ਹੀ ਬਰਦਾਸ਼ਤ ਕੀਤੀ ਜਾਂਦੀ ਹੈ। ਇਹ ਸੰਸਾਰ ਡਰਪੋਕਾਂ, ਕਾਮਚੋਰਾਂ, ਆਲਸੀਆਂ ਲਈ ਬੜਾ ਨਿਰਦਈ ਹੈ। ਉਦਾਸੀ 2 ਪ੍ਰਕਾਰ ਦੀ ਹੁੰਦੀ ਹੈ, ਸੱਖਣੀ ਅਤੇ ਭਰੀ ਹੋਈ। ਸੱਖਣੀ ਨਸ਼ਿਆਂ ਵੱਲ ਲੈ ਜਾਂਦੀ ਹੈ, ਭਰੀ ਹੋਈ ਕਲਾਕਾਰ ਬਣਾ ਦਿੰਦੀ ਹੈ। ਇਮਾਨਦਾਰੀ ਸਭ ਤੋਂ ਉੱਤਮ ਅਤੇ ਲਾਭਕਾਰੀ ਨੀਤੀ ਹੁੰਦੀ ਹੈ, ਪਰ ਇਹ ਇਤਨੀ ਲਾਭਕਾਰੀ ਅਤੇ ਉੱਤਮ ਨਹੀਂ ਹੁੰਦੀ ਕਿ ਬੇਈਮਾਨ ਬੇਈਮਾਨੀ ਤਿਆਗ ਦੇਵੇ। ਕੀ ਤੁਹਾਡੇ ਵਿਚਾਰਾਂ ਦਾ ਲਿਬਾਸ ਤੁਹਾਡੇ ਲਿਬਾਸ ਨਾਲੋਂ ਸਾਫ਼ ਸੁਥਰਾ ਹੈ? ਕੇਵਲ ਆਪਣੇ ਲਈ ਰਿੰਨ੍ਹਣਾ ਪਕਾਉਣਾ ਉਦਾਸੀ ਦੀ ਇੱਕ ਕਿਸਮ ਹੁੰਦੀ ਹੈ। ਵਿਦਾ ਹੋਣਾ ਸਿੱਖੋ, ਨਵੇਂ ਸਵਾਗਤ ਪ੍ਰਾਪਤ ਹੋਣਗੇ। ਕੋਈ ਇਸਤਰੀ ਤਾਂ ਇਤਨੀ ਸੋਹਣੀ ਹੁੰਦੀ ਹੈ ਕਿ ਉਹ ਸੁੰਦਰਤਾ ਨੂੰ ਵੇਖਣ ਦਾ ਸਾਡਾ ਢੰਗ ਬਦਲ ਦਿੰਦੀ ਹੈ। ਜੋ ਮੁਸ਼ਕਿਲ ਹੁੰਦਾ ਹੈ ਉਹ ਮਹੱਤਵਪੂਰਨ ਤਾਂ ਹੁੰਦਾ ਹੀ ਹੈ, ਨਵਾਂ ਵੀ ਹੁੰਦਾ ਹੈ। ਬਹੁਤੀਆਂ ਅਜੋਕੀਆਂ ਪੁਸਤਕਾਂ ਸੰਚਾਰ ਤਾਂ ਕਰਦੀਆਂ ਹਨ, ਪਰ ਕਿਸੇ ਪ੍ਰਕਾਰ ਦਾ ਪ੍ਰਭਾਵ ਨਹੀਂ ਪਾਉਂਦੀਆਂ। ਵਿਗਿਆਨ, ਗਣਿਤ, ਵਪਾਰ, ਬੈਂਕ ਆਦਿ ਨੇ ਮਨੁੱਖ ਵਿੱਚੋਂ ਭਾਵੁਕਤਾ ਅਤੇ ਜਜ਼ਬੇ ਖਾਰਜ ਕਰ ਦਿੱਤੇ ਹਨ। ਹਰ ਸਮਾਜ ਦੇ ਬੁਨਿਆਦੀ ਕੰਮਾਂ ਨੂੰ ਨੀਵਾਂ ਹੀ ਸਮਝਿਆ ਜਾਂਦਾ ਹੈ, ਕਿਉਂਕਿ ਇਹਨਾਂ ਨੂੰ ਅਕਸਰ ਅਨਪੜ੍ਹ ਕਰਦੇ ਹਨ। ਇਸਤਰੀ ਪੁਰਸ਼ ਨਾਲੋਂ ਵਧੇਰੇ ਮਹਿਸੂਸ ਕਰਦੀ ਹੈ, ਇਸੇ ਲਈ ਵਧੇਰੇ ਰੋਂਦੀ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।